ਲੁਧਿਆਣੇ ਤੋਂ ਬੁਲਾਡੇ ਜਾਣਾ ਜੀ ਤੇ ਹੁਣ ਸਾਨੂੰ ਤਾਂ ਪਤਾ ਨਹੀਂ ਸੀ ਜੀ ਬੱਸਾਂ ਜਾ ਰਹੀਆਂ ਨੇ। ਅਸੀਂ ਤਾਂ ਕਿਰਾਇਆ ਭਾੜਾ ਵੀ ਨਹੀਂ ਲੈ ਕੇ ਆਏ ਹੈਗੇ ਤੇ ਹੁਣ ਸਾਨੂੰ ਆ ਕੇ ਇੱਥੇ ਬਹੁਤ ਪਰੇਸ਼ਾਨੀ ਹੋ ਰਹੀ। 3 ਸਵਾਰੀਆਂ ਅਸੀਂ ਲੇਡੀ ਸਵਾਰੀਆਂ, ਜੈਂਟਸ ਨਹੀਂ ਹੈ ਕੋਈ ਨਾਲ ਤੇ ਹੁਣ ਅਸੀਂ ਕਿਵੇਂ ਜਾਵਾਂਗੇ? ਪੈਸੇ ਨਹੀਂ ਹੈਗੇ ਪ੍ਰਾਈਵੇਟ ਵਾਸਤੇ, ਇੰਨਾ ਕਿਰਾਇਆ ਭਾੜਾ ਕਿੱਥੋਂ ਬਚਾਂਗੇ? ਜੇ ਹੁਣ ਨਹੀਂ ਬੱਸਾਂ ਪ੍ਰਾਈਵੇਟ ਜਾਂਦੇ ਤਾਂ ਜਾਈਏ ਕਿਵੇਂ? ਜਾਣਾ ਜ਼ਰੂਰੀ ਹੈ ਜੀ। ਹਾਂਜੀ, ਹੁਣ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਚਲੋ ਇਹਨਾਂ ਦੀ ਮੰਗਾਂ ਮੰਨੀਆਂ ਜਾਣ, ਜਲਦੀ ਇਹਨਾਂ ਮੰਗਾਂ ਮੰਨ ਕੇ ਤੇ ਲੋਕਾਂ ਨੂੰ ਪਰੇਸ਼ਾਨ ਕਰ ਤੋਂ ਘੱਟ ਕੀਤਾ ਜਾਵੇ। ਲੋਕਾਂ ਦੀ ਪਰੇਸ਼ਾਨੀਆਂ ਨੂੰ ਦੇਖਿਆ ਜਾਵੇ ਵੀ ਲੋਕੀ ਪਰੇਸ਼ਾਨ ਹੋ ਰਹੇ, ਗਰਮੀ ਵਿੱਚ ਤੁਰੇ ਫਿਰਦੇ ਨੇ। ਹੁਣ ਅਚਾਨਕ ਕਿਸੇ ਨੂੰ ਕੀ ਪਤਾ ਅੱਜ ਹੜਤਾਲ ਹੈ ਤੇ ਬੈਠੇ ਨੇ। ਉਹਨਾਂ ਦੀ ਮੰਗਾਂ ਮੰਨੋ ਤੇ ਲੋਕਾਂ ਨੂੰ ਪਰੇਸ਼ਾਨ ਘੱਟ ਤੋਂ ਘੱਟ ਕਰੋ। ਕੀ ਨਾਮ ਜੀ? ਸਰਬਜੀਤ ਕੌਰ। ਕਿੱਥੋਂ ਆਏ ਹੋ ਤੁਸੀਂ? ਅਸੀਂ ਅੰਬਾਲਾ ਤੋਂ ਆਏ, ਜਗਾਦਰੀ ਤੋਂ ਆਏ ਹਾਂ, ਜਮਨਾ ਨਗਰ ਤੋਂ। ਤੇ ਬੜੇ ਖਰਾਬ ਹੋ ਰਹੀ ਹੈ ਜੇ ਬੱਸਾਂ ਦੀ ਹੜਤਾਲ ਹੈ ਤੇ ਇੱਥੇ ਹੁਣ ਬੱਸ ਮਿਲ ਰਹੀ, ਹੁਣ ਅਸੀਂ ਕਿਰਾਇਆ ਖਰਚ ਕੇ ਜਾਈਏ। ਹਾਂਜੀ, ਸਰਕਾਰੀ ਵਾਸਤੇ ਫ੍ਰੀ ਚੱਲ ਜਾਣਾ ਸੀ ਤੁਸੀਂ? ਹਾਂਜੀ ਤੇ ਕੀ ਕਹਿਣਾ ਚਾਹੁੰਦੇ? ਖਰਾਬ ਹੋ ਰਹੀ, ਲੇਡੀਜ਼ ਬਹੁਤ ਖਰਾਬ ਹੋ ਰਹੀ ਹੈ। ਸਵੇਰ ਦੇ ਨਿਕਲਿਆ ਜੇ ਤਾਂ ਹੁਣ ਤਾਂ ਅਸੀਂ ਘਰ ਪਹੁੰਚ ਜਾਣਾ ਸੀਗਾ ਤੇ ਹੁਣ ਬੱਸਾਂ ਦੇ ਕਰਕੇ ਇੰਨਾ ਖਰਾਬ ਕਰ ਰਹੇ ਆ ਤੇ ਹੁਣ ਅਸੀਂ ਪ੍ਰਾਈਵੇਟ 'ਚ ਜਾਈਏ, ਕਿਰਾਇਆ ਖਰਚ ਕੇ ਜਾਈਏ। ਸਰਕਾਰ ਕੋਈ ਸਭ ਕੁਝ ਤੇ ਹੁਣ ਕਰਨ ਦੇ ਖਰਾਬ ਹੀ ਹੋ ਰਹੇ, ਲੇਡੀਜ਼ ਤਾਂ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ। मैं बुलाडे जाना सी पर पता लगे हुणे कि रोडवेज बसां बंद ने, इसलिए सानू बहुत मुश्किल का सामना करना पै रहा है। सो सरकार अगे बेनती है कि जल्दी तो जल्दी इन्हां दी मंगां मन्नो ताकि असीं परेशान ना हो सकीए ते बसां चलाइए। धन्यवाद। ਲੁਧਿਆਣਾ ਦੇ ਬੱਸ ਸਟੈਂਡ ਤੇ ਮੌਜੂਦ ਹੈ ਜਿੱਥੇ ਪੀਆਰਟੀਸੀ ਅਤੇ ਪਨਬੱਸ ਦੇ ਕੱਚੇ ਮੁਲਾਜ਼ਮ ਜੋ 3 ਦਿਨਾਂ ਸਟ੍ਰਾਈਕ ਤੇ ਚਲੇ ਗਏ ਹਨ। 28, 29 ਅਤੇ 30 ਨੂੰ ਉਹਨਾਂ ਵੱਲੋਂ ਸਟ੍ਰਾਈਕ ਕੀਤਾ ਗਿਆ, ਬੱਸਾਂ ਬੰਦ ਕਰ ਦਿੱਤੀਆਂ ਗਈਆਂ ਹਨ। ਸਾਡੇ ਨਾਲ ਆਗੂ ਮੌਜੂਦ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਕਿੰਨਾ ਮੰਗਾਂ ਨੂੰ ਲੈ ਕੇ ਸਟ੍ਰਾਈਕ ਕੀਤਾ, ਕੀ ਮੰਗਾਂ ਨੇ? ਦੇਖੋ, ਅਸੀਂ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੇ ਵਿੱਚ ਤਕਰੀਬਨ ਪਿਛਲੇ 15 ਸਾਲਾਂ ਤੋਂ ਕੰਟਰੈਕਟ ਤੇ ਆਊਟਸੋਰਸ ਤੇ ਕੰਮ ਕਰ ਰਹੇ ਹਾਂ। ਜਦੋਂ ਸਾਨੂੰ ਭਰਤੀ ਕੀਤਾ ਗਿਆ ਸੀ ਤਾਂ ਸਾਨੂੰ ਕਿਹਾ ਗਿਆ ਸੀ ਕਿ 3 ਸਾਲਾਂ ਬਾਅਦ ਤੁਹਾਡੀ ਜਿਹੜੀਆਂ ਨੌਕਰੀਆਂ ਨੇ ਇਹਨਾਂ ਨੂੰ ਰੈਗੂਲਰ ਕੀਤਾ ਜਾਏਗਾ। ਜਦ ਕਿ ਅੱਜ 15 ਸਾਲ ਹੋ ਗਏ ਨੇ, ਕਈ ਸਰਕਾਰਾਂ ਆਈਆਂ, ਕਈ ਚਲੇ ਗਈਆਂ, ਸਾਡੀਆਂ ਨੌਕਰੀਆਂ ਪੱਕੀਆਂ ਨਹੀਂ ਕੀਤੀਆਂ ਗਿਆ। ਅਸੀਂ 10-10 ਹਜ਼ਾਰ ਦੀ ਜਿਹੜੀ ਨਿਗੂਣੀ ਤਨਖਾਹ ਉਹ 'ਤੇ ਨੌਕਰੀਆਂ ਕਰ ਰਹੇ ਹਾਂ। ਸੋ ਜਦੋਂ ਇਹ ਮੌਜੂਦਾ ਜਿਹੜੀ ਕੈਪਟਨ ਸਰਕਾਰ ਆ, ਇਹ ਸੱਤਾ 'ਚ ਆਈ ਸੀ, ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਜਿੰਨੇ ਵੀ ਸਰਕਾਰੀ ਮਹਿਕਮਿਆਂ 'ਚ ਕੱਚੇ ਕੰਮ ਕਰ ਰਹੇ ਨੇ ਇਹਨਾਂ ਦੀਆਂ ਨੌਕਰੀਆਂ ਰੈਗੂਲਰ ਕੀਤੀਆਂ ਜਾਣਗੀਆਂ। ਪਰ ਅੱਜ ਤਕਰੀਬਨ 4.5 ਸਾਲ ਬੀਤ ਗਏ ਨੇ, ਅੱਜ ਤੱਕ ਇਹਨਾਂ ਨੇ ਇੱਕ ਵੀ ਕੱਚੇ ਕੰਮ ਨੂੰ ਰੈਗੂਲਰ ਨਹੀਂ ਕੀਤਾ। ਸੋ ਸਾਨੂੰ ਮਜਬੂਰ ਹੋ ਕੇ 28, 29, 30 3 ਦਿਨ ਦੀ ਹੜਤਾਲ ਕਰਨੀ ਪਈ। ਤੁਹਾਡੀਆਂ ਮੇਨ ਇਹ 'ਚ ਮੰਗਾਂ ਕੀ ਹੈ? ਕਦ ਤੋਂ ਤੁਸੀਂ ਇਹ ਮੰਗਾਂ ਮਨਵਾ ਰਹੇ ਹੋ ਸਰਕਾਰ ਤੋਂ? ਸਰਕਾਰ ਨੇ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਤੇ ਹੁਣ ਤੱਕ ਟਰਾਂਸਪੋਰਟ ਮੰਤਰੀ ਜਾਂ ਡਿਪਾਰਟਮੈਂਟ ਦੇ ਨਾਲ ਤੁਹਾਡੀ ਕੀ ਗੱਲਾਂ ਹੋਈਆਂ ਨੇ ਤੇ ਕੀ ਕੁਝ ਉਹਨਾਂ ਵੱਲੋਂ ਤੁਹਾਨੂੰ ਆਸ਼ਵਾਸਨ ਦਿੱਤਾ ਗਿਆ? ਸਾਡੀਆਂ ਜਿਹੜੀਆਂ ਅਸੀਂ 4 ਮੰਗਾਂ ਦਾ ਮੁੱਖ ਏਜੰਡਾ ਲੈ ਕੇ ਚੱਲ ਰਹੇ ਹਾਂ। ਨੰਬਰ 1 ਤੇ ਤਾਂ ਕਿ ਸਾਡੀ ਜਿਹੜੀਆਂ ਨੌਕਰੀਆਂ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ। ਨੰਬਰ 2 ਤੇ 1984 ਦੇ ਵਿੱਚ ਸਾਡੇ ਕੋਲੇ 2407 ਬੱਸਾਂ ਦਾ ਫਲੀਟ ਸੀ, ਜਿਹੜਾ ਅੱਜ ਆਬਾਦੀ ਦੇ ਹਿਸਾਬ ਨਾਲ ਘੱਟੋ ਘੱਟ 10,000 ਹੋਣਾ ਚਾਹੀਦਾ ਸੀ, ਜਦ ਕਿ ਉਹ ਘੱਟ ਕੇ 250 ਰਹਿ ਗਿਆ। ਜੇ ਗੱਲ ਕਰੀਏ ਤਾਂ ਪੰਜਾਬ ਰੋਡਵੇਜ਼ ਕੋਲ ਜਿਹੜੀਆਂ ਸਰਕਾਰੀ ਬੱਸਾਂ ਨੇ ਉਹਨਾਂ ਦੀ ਗਿਣਤੀ 250 ਆ, ਉਹਨਾਂ ਦੇ ਵਿੱਚੋਂ 100 ਜਿਹੜੀ ਬੱਸ ਆ ਉਹ ਕੰਡਮ ਹੋਣ ਦੇ ਕੰਢੇ ਤੇ ਆ। ਸੋ ਜਿਹੜੀ ਗਿਣਤੀ ਆ ਉਹ ਘੱਟੋ ਘੱਟ 10,000 ਕਰੋ। ਨੰਬਰ 3 ਤੇ ਜਿਹੜੇ ਟਾਈਮ ਟੇਬਲ ਨੇ, ਅੱਡਿਆਂ ਤੋਂ ਬੱਸਾਂ ਦੇ ਚੱਲਣ ਵਾਲੇ ਟਾਈਮ ਟੇਬਲ ਨੇ, ਇਹ ਜਦੋਂ ਬਾਦਲ ਸਰਕਾਰ ਪਾਵਰ ਦੇ ਵਿੱਚ ਸੀ ਇਹਨਾਂ ਨੇ ਜਿਹੜੇ ਟਾਈਮ ਟੇਬਲ ਸੀ ਉਹ ਸਾਰੇ ਆਪਦੇ ਪੱਖ 'ਚ ਬਣਾ ਲਏ। ਆਰਟੀਓ ਡੀਟੀਓ ਇਹਨਾਂ ਦੇ ਸੀ, ਇਹਨਾਂ ਨੇ ਟਾਈਮ ਟੇਬਲਾਂ ਤੇ ਕਬਜ਼ਾ ਕਰ ਲਿਆ। ਅੱਜ ਜਿੱਥੇ ਬਾਦਲ ਦੀ ਬੱਸ ਕੋਲ 15 ਮਿੰਟ ਨੇ, ਸਰਕਾਰੀ ਬੱਸ ਕੋਲ 2 ਮਿੰਟ ਛੱਡੇ ਨੇ। ਸੋ ਅਸੀਂ ਜਦੋਂ ਕੈਪਟਨ ਸਾਹਿਬ ਸੱਤਾ 'ਚ ਆਏ ਸੀ, ਇਹਨਾਂ ਨੇ ਨਵੀਂ ਟਰਾਂਸਪੋਰਟ ਨੀਤੀ ਲਿਆਉਣ ਦਾ ਜਿਹੜਾ ਸੀਗਾ ਉਹ ਵੀ ਵਾਅਦਾ ਕੀਤਾ ਸੀ, ਪਰ ਉਹ ਵੀ ਕਿਤੇ ਨਾ ਕਿਤੇ ਅੱਜ ਕੂੜੇਦਾਨ 'ਚ ਹੀ ਪਈ ਆ ਕਿ ਨਵੀਂ ਟਰਾਂਸਪੋਰਟ ਨੀਤੀ ਵੀ ਲਾਗੂ ਨਹੀਂ ਕੀਤੀ ਗਈ। ਸੋ ਅਸੀਂ ਅੱਜ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ, ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ, ਅਸੀਂ ਉਹ ਕਹਿੰਦੇ ਵੀ ਘੱਟੋ ਘੱਟ ਉਹੀ ਲਾਗੂ ਕਰ ਦਿਓ। ਕਿਉਂਕਿ ਇੱਕ ਜਿਹੜਾ ਰੈਗੂਲਰ ਡਰਾਈਵਰ ਜਾਂ ਉਹ ਕਰਦਾ ਹੈਗਾ 240 ਕਿਲੋਮੀਟਰ ਔਰ ਤਨਖਾਹ ਲੈ ਰਿਹਾ ਹੈਗਾ 40,000। ਇੱਕ ਜਿਹੜਾ ਆਊਟਸੋਰਸ ਜਾਂ ਕੰਟਰੈਕਟ ਵਾਲਾ ਡਰਾਈਵਰ ਆ ਉਹ ਆਪਣਾ 24 ਘੰਟਿਆਂ ਦੇ ਵਿੱਚ 796 800 ਕਿਲੋਮੀਟਰ ਕਰ ਰਿਹਾ, ਉਹਨੂੰ ਤਨਖਾਹ ਦੇ ਰਹੇ ਨੇ 8-10 ਹਜ਼ਾਰ ਰੁਪਈਆ। ਸੋ ਇਹ ਕਿਤੇ ਨਾ ਕਿਤੇ ਬੇਇਨਸਾਫੀ ਆ। ਸੋ ਸਾਡੀ ਲੰਬੇ ਸਮੇਂ ਤੋਂ ਇਹੀ ਮੰਗ ਆ ਕਿ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਉਹ ਲਾਗੂ ਕੀਤਾ ਜਾਵੇ ਤੇ ਸਾਡੀਆਂ ਨੌਕਰੀਆਂ ਰੈਗੂਲਰ ਕੀਤੀਆਂ ਜਾਣ। ਫਿਰ ਅੱਗੇ ਦੀ ਤੁਹਾਡੀ ਕੀ ਰਣਨੀਤੀ ਹੈ? ਅਸੀਂ ਦੇਖੋ ਜੀ, ਅੱਜ 28 ਤਰੀਕ ਨੂੰ ਜਿਹੜੇ ਪੰਜਾਬ ਦੇ ਵਿੱਚ ਰੋਡਵੇਜ਼ ਦੇ 18 ਡਿਪੂ ਨੇ ਔਰ 9 ਡਿਪੂ ਨੇ ਪੀਆਰਟੀਸੀ ਦੇ, ਕੁੱਲ 27 ਡਿਪੂ ਬੰਦ ਕਰਕੇ ਇਹਨਾਂ ਦੇ ਅੱਡਿਆਂ ਦੇ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਆ। ਦੂਜੇ ਪਾਸੇ ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਨੇ ਅੱਜ ਹੀ ਮੀਟਿੰਗ ਦੀ ਕਾਲ ਦਿੱਤੀ ਸੀ। ਸਾਡੀ ਸੂਬਾ ਕਮੇਟੀ ਉੱਥੇ ਮੀਟਿੰਗ ਕਰ ਰਹੀ ਹੈ। ਜੇਕਰ ਉਸ ਮੀਟਿੰਗ ਦੇ ਵਿੱਚੋਂ ਕੋਈ ਸਾਰਥਕ ਸਿੱਟਾ ਨਹੀਂ ਨਿਕਲਦਾ ਤਾਂ ਕੱਲ ਨੂੰ
ਅਸੀਂ 27 ਦੇ 27 ਡਿਪੂ ਬੰਦ ਕਰਕੇ ਕੈਪਟਨ ਸਾਹਿਬ ਦੀ ਰਿਹਾਇਸ਼ ਜਿਹੜੀ ਮੋਤੀ ਮਹਿਲ ਆ ਪਟਿਆਲੇ ਉਹਦਾ ਘਿਰਾਓ ਕਰਾਂਗੇ ਤੇ ਜੇਕਰ ਫਿਰ ਵੀ ਸਾਡੇ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਇਸ ਤੋਂ ਵੀ ਤਿੱਖਾ ਸੰਘਰਸ਼ ਜਿਵੇਂ ਕਿ ਅਣਮਿੱਥੇ ਸਮੇਂ ਦੀ ਹੜਤਾਲ ਤਾਂ ਉਹ ਵੀ ਕਰਨ ਲਈ ਮਜਬੂਰ ਹੋਵਾਂਗੇ। ਕੀ ਲੱਗ ਰਿਹਾ ਜੇ ਤੁਹਾਡੀਆਂ ਮੰਗਾਂ ਨੇ ਸਰਕਾਰ ਮੰਨ ਕਿਉਂ ਨਹੀਂ ਰਹੀ, ਕੀ ਕਾਰਨ ਦੇਖ ਰਹੇ ਹੋ? ਦੇਖੋ ਜੀ, ਸਭ ਤੋਂ ਵੱਡੀ ਗੱਲ ਤਾਂ ਸਰਕਾਰ ਦੀ ਨੀਅਤ ਆ ਕਿ ਇਹਨਾਂ ਦੀ ਨੀਅਤ ਹੀ ਨਹੀਂ ਹੈਗੀ। ਅੱਜ ਮਨਪ੍ਰੀਤ ਬਾਦਲ ਕਹਿ ਦਿੰਦੇ ਨੇ ਕਿ ਸਾਡੇ ਕੋਲ ਜਿਹੜਾ ਸਰਕਾਰ ਦੇ ਕੋਲ ਬਜਟ ਨਹੀਂ ਆ, ਸਰਕਾਰ ਘਾਟੇ ਦੇ ਵਿੱਚ ਆ। ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਤੁਹਾਡੇ ਸਰਕਾਰ ਦੇ ਸੱਤਾ ਦੇ ਆਉਣ ਤੋਂ ਪਹਿਲਾਂ ਵੀ ਇਹ ਸਾਰੇ ਮਹਿਕਮੇ ਸਰਕਾਰੀ ਰੈਗੂਲਰ ਮੁਲਾਜ਼ਮਾਂ ਦੇ ਨਾਲ ਹੀ ਚੱਲਦੇ ਸੀ। ਅੱਜ ਮਹਿੰਗਾਈ ਵੱਧ ਗਈ ਆ, ਤਨਖਾਹਾਂ ਉਨੀਆਂ ਕੀ ਨੇ, ਕੋਈ ਅੜਿੱਕਾ ਨਹੀਂ ਆ, ਕੋਈ ਅੜਚਨ ਨਹੀਂ ਆ, ਸਿਰਫ ਇਹਨਾਂ ਦੀ ਨੀਅਤ ਨਹੀਂ ਆ। ਇਹ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚੋਂ ਜਿਹੜੀ ਸਰਕਾਰੀ ਟਰਾਂਸਪੋਰਟ ਆ ਇਹਨੂੰ ਖਤਮ ਕਰਕੇ ਬਾਦਲਾਂ ਦਾ ਤਾਂ ਜਿਹੜੇ ਅਵਤਾਰ ਹੈਨਰੀ ਕਰਤਾਰ ਬੱਸ ਵਾਲਾ ਇਹਨਾਂ ਦਾ ਰਾਜ ਹੋਵੇ ਤੇ ਜਿਹੜੇ ਕਾਰਪੋਰੇਟ ਘਰਾਣੇ ਨੇ ਇਹਨਾਂ ਦੀਆਂ ਬੱਸਾਂ ਹੀ ਚੱਲਣ। ਕੈਪਟਨ ਸਾਹਿਬ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਕਿਹਾ ਸੀ ਵੀ ਜੋ ਪੰਜਾਬ ਦੇ ਵਿੱਚ ਟਰਾਂਸਪੋਰਟ ਮਾਫੀਆ ਉਹਨੂੰ ਖਤਮ ਕਰ ਦੇਣਗੇ, ਕੀ ਲੱਗ ਰਿਹਾ ਇਹਦੇ ਉੱਤੇ ਕਿੰਨਾ ਕੁ ਕੰਮ ਹੋਇਆ? ਨਹੀਂ ਜੀ, ਟਰਾਂਸਪੋਰਟ ਮਾਫੀਆ ਸਗੋਂ ਵੱਧ ਗਿਆ। ਜਦੋਂ ਕੋਵਿਡ-19 ਦੇ ਵਿੱਚ ਟ੍ਰੇਨਾਂ ਬੰਦ ਸੀਗੀਆਂ, ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਜਾਣਾ ਸੀਗਾ, ਉਦੋਂ ਹਜ਼ੂਰ ਸਾਹਿਬ ਦੇ ਵਿੱਚ ਜਿਹੜੇ ਯਾਤਰੀ ਫਸੇ ਸੀ ਉਹਨਾਂ ਨੂੰ ਲਿਆਉਣ ਦੇ ਲਈ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀਆਂ ਵੋਲਵੋ ਬੱਸਾਂ ਭੇਜੀਆਂ ਗਈਆਂ ਫ੍ਰੀ। ਤੇ ਦੂਜੇ ਪਾਸੇ ਜਿਹੜਾ ਟਰਾਂਸਪੋਰਟ ਮਾਫੀਆ ਸੀ ਉਹਨਾਂ ਨੇ ਇੱਥੋਂ ਬਿਨਾਂ ਕਿਸੇ ਪਰਮਿਟ ਤੋਂ 2 ਨੰਬਰ ਦੇ ਵਿੱਚ ਬਿਨਾਂ ਕਿਸੇ ਟੈਕਸ ਤੋਂ ਯੂਪੀ ਬਿਹਾਰ ਤੱਕ ਦੇ ਲਈ ਸਰਵਿਸ ਚਲਾਤੀ। ਸੋ ਅਸੀਂ ਉਹਦੇ ਖਿਲਾਫ ਵੀ ਪ੍ਰੋਟੈਸਟ ਕੀਤਾ ਸੀ ਤੇ ਸ਼ਾਇਦ ਮੇਰਾ ਖਿਆਲ ਤੁਸੀਂ ਵੀ ਕਵਰੇਜ ਕਰਨ ਲਈ ਆਏ ਸੀ। ਅਸੀਂ ਡੀਸੀ ਸਾਹਿਬ ਦਾ ਦਫ਼ਤਰ ਵੀ ਘਿਰਿਆ ਸੀ, ਪਰ ਅੱਜ ਉਹ ਕੀ ਆ, ਸਿਰਫ ਜਗ੍ਹਾ ਬਦਲ ਕੇ ਪੀਆਰਟੀਸੀ ਵਰਕਸ਼ਾਪ ਦੇ ਮੂਹਰੇ ਉਹਨਾਂ ਨੇ ਆਪਣੀ ਹੱਬ ਬਣਾ ਲਈ ਆ। ਸ਼ਰੇਆਮ ਟਰਾਂਸਪੋਰਟ ਮਾਫੀਆ ਜਿਹੜਾ ਹੈਗਾ ਧੜੱਲੇ ਨਾਲ ਚੱਲ ਰਿਹਾ ਤੇ ਜੇ ਤੁਸੀਂ ਜਾ ਕੇ ਉਹਨਾਂ ਨਾਲ ਗੱਲ ਕਰੋਗੇ ਤਾਂ ਉਹ ਅੱਗੋਂ ਮਾਰਨ ਤੱਕ ਪੈ ਜਾਂਦੇ ਨੇ। ਸੋ ਜੇ ਤੁਹਾਡੀਆਂ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅੱਗੇ ਦਾ ਕੀ ਸਟੈਪ ਹੋਊਗਾ? ਦੇਖੋ ਜੀ, ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ, ਕਿਉਂਕਿ ਅੱਜ ਵੀ ਅਸੀਂ ਆਪਣੇ ਆਪ ਨੂੰ ਬੇਰੁਜ਼ਗਾਰ ਹੀ ਸਮਝਦੇ ਹਾਂ, ਕਿਉਂਕਿ ਸਾਡੀ ਜਿਹੜੀ 12,000 ਤਨਖਾਹ ਇਹਦੇ ਨਾਲ ਘਰ ਨਹੀਂ ਚੱਲਦੀ। 8-10 ਜਾਂ 12,000 ਤਨਖਾਹ ਨਾਲ ਨਹੀਂ ਚੱਲਦੇ। ਸੋ ਅਸੀਂ ਤਾਂ ਇਹ ਸੋਚਿਆ ਹੋਇਆ ਕਿ ਜੇ ਹੁਣ ਵੀ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਅਸੀਂ ਡਿਪੂਆਂ ਦੇ ਗੇਟ ਤੇ ਦਰੀਆਂ ਵਿਛਾ ਕੇ ਪੱਕੇ ਤੌਰ ਤੇ ਬਹਿ ਜਾਣਾ ਹੈਗਾ ਜਿੰਨਾ ਚਿਰ ਸਰਕਾਰ ਸਾਡੀ ਮੰਗਦੀ ਨਹੀਂ। ਇਸ ਨਾਲ ਜਿਹੜੀ ਆਮ ਜਨਤਾ ਨੂੰ ਨੁਕਸਾਨ ਹੋ ਉਹਦੇ ਲਈ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ? ਬਿਲਕੁਲ ਜੀ, ਸਰਕਾਰ ਜ਼ਿੰਮੇਵਾਰ ਆ। ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਸਾਨੂੰ ਸਾਡੀਆਂ ਨੌਕਰੀਆਂ ਰੈਗੂਲਰ ਕਰਨ। ਅਸੀਂ ਆਪਣਾ ਕੰਮ ਕਰ ਕਿਉਂ ਛੱਡ ਕੇ ਬੈਠੀਏ? ਸਾਡੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ। ਜੇ ਸਾਨੂੰ ਹੁਣ ਕਹਿ ਦੇਣ ਵੀ ਤੁਸੀਂ ਰੈਗੂਲਰ ਕਰੋ, ਤੁਹਾਡੀਆਂ ਮੰਗਾਂ ਮੰਨ ਲਈਆਂ ਗਈਆਂ, ਅਸੀਂ ਅੱਧੇ ਘੰਟੇ ਬਾਅਦ ਬੱਸਾਂ ਸਰਵਿਸ ਸਟਾਰਟ ਕਰ ਦਿੰਦੇ ਹਾਂ। ਸੋ ਇਹ ਸਾਰੀ ਜਿਹੜੀ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਇਹ ਸਰਕਾਰ ਦੀ ਜ਼ਿੰਮੇਵਾਰੀ ਆ, ਸਰਕਾਰ ਦੀਆਂ ਗਲਤ ਨੀਤੀਆਂ। ਕੀ ਨਾਮ ਆ, ਕਿਹਨਾਂ ਮੰਗਾਂ ਨੂੰ ਲੈ ਕੇ ਕੀ ਰਣਨੀਤੀ? ਮੇਰਾ ਨਾਮ ਜੀ ਪ੍ਰਵੀਨ ਕੁਮਾਰ, ਪਨਬਸ ਕੰਟਰੈਕਟ ਵਰਕਰ ਯੂਨੀਅਨ ਡਿਪੂ ਲੁਧਿਆਣਾ ਜਨਰਲ ਸੈਕਟਰੀ। ਅਸੀਂ ਜੀ 3 ਦਿਨਾਂ ਦੀ ਹੜਤਾਲ ਰੱਖੀ ਆ 28, 29, 30 ਤਰੀਕ ਦੀ। ਸਾਡੀਆਂ ਜਿਹੜੀਆਂ ਮੰਗਾਂ ਕੱਚੇ ਕੰਮਾਂ ਨੂੰ ਟੋਟਲ ਪੀਆਰਟੀਸੀ ਪਨਬਸ ਦੇ ਕੱਚੇ ਕੰਮਾਂ ਨੂੰ ਪੱਕਾ ਕੀਤਾ ਜਾਵੇ। ਜੇਕਰ ਨਹੀਂ ਸਾਡੀਆਂ ਮੰਗਾਂ ਦਾ ਕੋਈ ਹੱਲ ਹੁੰਦਾ ਅਸੀਂ 29 ਤਰੀਕ ਨੂੰ ਪਟਿਆਲਾ ਦੇ ਮੋਤੀ ਮਹਿਲ ਨੂੰ ਘੇਰਾਂਗੇ। ਜੇਕਰ ਉਸ ਤੋਂ ਬਾਅਦ ਵੀ ਸਾਡੀ ਕੋਈ ਮੰਗ ਨਹੀਂ ਮੰਨੀ ਜਾਂਦੀ ਤਾਂ ਫਿਰ ਅਸੀਂ ਆਉਣ ਵਾਲੇ ਸਮੇਂ 'ਚ ਲੌਂਗ ਟਾਈਮ ਯਾਨੀ ਸੰਘਰਸ਼ ਕਰਕੇ ਮਤਲਬ ਕਿ ਹੜਤਾਲ ਕਰਾਂਗੇ ਜੀ। ਕੀ ਲੱਗ ਰਿਹਾ ਸਰਕਾਰ ਤੁਹਾਡੀ ਮੰਗਾਂ ਵੱਲ ਧਿਆਨ ਕਿਉਂ ਨਹੀਂ ਦੇ ਰਹੀ? ਜੇਕਰ ਸਰਕਾਰ ਸਾਡੀ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਟੋਟਲ 27 ਕਾਰਨ ਕੀ ਮੰਨਦੇ? ਹਾਂਜੀ ਕਾਰਨ ਕੀ ਮੰਨਦੇ ਹੋ ਮੰਗਾਂ ਨਾ? ਇਹ ਦੇਖੋ ਜੀ, ਸਰਕਾਰ ਦੀਆਂ ਨਲਾਇਕੀਆਂ। ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਬੜਾਵਾ ਦੇਣ ਵਾਸਤੇ ਕੋਈ ਵੀ ਡਿਪਾਰਟਮੈਂਟ ਜਿਹੜਾ ਉਹਦੇ ਵਿੱਚ ਪੱਕੀ ਭਰਤੀ ਨਹੀਂ ਕਰ ਰਹੀ। ਸਾਰੇ ਡਿਪਾਰਟਮੈਂਟ ਕੱਚੇ ਆ। ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਰੇ ਡਿਪਾਰਟਮੈਂਟ 'ਚ ਰੈਗੂਲਰ ਭਰਤੀ ਕੀਤੀ ਜਾਵੇ। ਮੇਰਾ ਨਾਮ ਹੈ ਜੀ ਨਿਖਿਲ, ਮੈਂ ਪੀਆਰਟੀਸੀ ਦੇ ਕੰਟਰੈਕਟ ਬੇਸ ਤੇ ਹੀ ਕੰਮ ਕਰ ਰਹੇ ਹਾਂ। ਘੱਟੋ ਘੱਟ ਸਾਨੂੰ 5 ਸਾਲ ਤੋਂ ਉੱਪਰ ਹੋ ਚੁੱਕੇ ਨੇ। ਜਿਹੜੇ ਆਊਟਸੋਰਸ ਠੇਕੇ ਦਾ ਸਿਸਟਮ ਦਾ ਜਿਹੜਾ ਕੰਮ ਹੈ ਜੀ, ਇਹ ਕੈਪਟਨ ਸਰਕਾਰ ਨੂੰ ਬਿਲਕੁਲ ਗਲਤ ਕੀਤਾ ਜੀ। ਕਮ ਸੇ ਕਮ ਇਹ ਕੈਪਟਨ ਸਰਕਾਰ ਦਾ ਜਿਹੜਾ ਕੰਮ ਹੈ ਇਹ ਬੰਦ ਕੀਤਾ ਜਾਵੇ। ਆਉਣ ਵਾਲੀ ਪੀੜ੍ਹੀ ਦੇ ਵਿੱਚ ਹੁਣ ਤਾਂ ਅਸੀਂ ਕਿੱਦਾਂ ਨਾ ਕਿੱਦਾਂ ਕਰਕੇ ਸੜਕਾਂ 'ਤੇ ਸਵੇਰੇ 4 ਵਜੇ ਤੋਂ ਲੈ ਕੇ ਰਾਤੀ 9 ਵਜੇ ਤੱਕ ਡਿਊਟੀਆਂ ਆਪਣੀਆਂ 18-18, 20-20 ਘੰਟੇ ਪੂਰੀਆਂ ਕਰਕੇ ਤੇ ਮਹੀਨੇ ਬਾਅਦ ਸਾਡੀ ਤਨਖਾਹ ਸਿਰਫ 10,000 ਤੋਂ ਉੱਪਰ ਨਹੀਂ ਆ ਰਹੀ। ਅਸੀਂ ਇਹ ਕੈਪਟਨ ਸਰਕਾਰ ਨੂੰ ਚਾਹੁੰਦੇ ਹਾਂ ਜੀ, ਜਿਹੜਾ ਇਹਨਾਂ ਨੇ ਸੁਪਰੀਮ ਕੋਰਟ ਦਾ ਫੈਸਲਾ ਲਿਆ ਗਿਆ ਸੀ ਬਰਾਬਰ ਟਾਈਮ ਬਰਾਬਰ ਤਨਖਾਹ ਇਹਨਾਂ ਨੂੰ ਪੂਰੀ ਦਿੱਤੀ ਜਾਵੇ। ਉਹ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਸਾਡੇ ਅੱਗੋਂ ਪੀੜ੍ਹੀ ਆਊਗੀ ਉਹਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਕੀ ਕਾਰਨ ਮੰਨਦੇ ਹੋ ਮੰਗਾਂ ਨਾ ਪੂਰੀਆਂ ਹੋਣ? ਜੇ ਸਾਡੀਆਂ ਇੱਕ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਅਸੀਂ ਕਾਰਨ ਕੀ ਮੰਨਦੇ ਹੋ? ਕਾਰਨ ਕਿਹੜਾ? ਇਹ ਤਾਂ ਹੀ ਸਰਕਾਰ ਦੀ ਗਲਤੀ ਬਹੁਤ ਜ਼ਿਆਦਾ ਜੀ। ਗਲਤੀ ਇਸ ਕਰਕੇ ਹੈ ਜੀ, ਜਿੰਨੇ ਵੀ ਸਾਰੇ ਸਰਕਾਰੀ ਅਦਾਰੇ ਨੇ ਇਹ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਬਹੁਤ ਖਤਮ ਕਰ ਚੁੱਕੇ ਹਨ। ਹਸਪਤਾਲ ਨੂੰ ਲੈ ਕੇ ਚੱਲੋ, ਟੀਚਰਾਂ ਨੂੰ ਲੈ ਕੇ ਚੱਲੋ, ਟਰਾਂਸਪੋਰਟ ਨੂੰ ਲੈ ਕੇ ਚੱਲੋ, ਸਿਹਤ ਵਿਭਾਗ ਨੂੰ ਲੈ ਕੇ ਚਲੇ ਜਾਓ, ਡਰੱਗਸ ਵਾਲਿਆਂ ਨੂੰ ਲੈ ਕੇ ਚਲੇ ਜਾਓ, ਪੰਜਾਬ ਪੁਲਿਸ ਦੀ ਭਰਤੀ ਦੇਖ ਲਓ, ਇਹਨਾਂ ਦੀ ਸਾਰੇ ਹੀ ਠੇਕੇ ਤੇ ਹੀ ਕੀਤੀ ਜਾ ਰਹੀ ਕੁੱਲ ਹੈ। ਮਿਲਾ ਕੇ ਸਰਕਾਰ ਨਾਕਾਮ ਹੋਈ। ਸਰਕਾਰ ਦਾ ਜੀ ਕੋਈ ਕੰਮ ਨਹੀਂ ਕਰ ਰਹੀ। ਹੁਣ ਤੱਕ ਵੀ ਇਹਨਾਂ ਦਾ ਕੋਈ ਕੰਮ ਨਹੀਂ ਹੋਇਆ। ਤੁਸੀਂ ਇੱਕ ਨੌਜਵਾਨ ਹੋ, ਸਰਕਾਰੀ ਕਿਸੇ ਡਿਪਾਰਟਮੈਂਟ 'ਚ ਕੱਚੇ ਮੁਲਾਜ਼ਮ ਹੋ,
ਕੀ ਹੈ ਜੀ ਆਪਣਾ ਵਧੀਆ ਫਿਊਚਰ ਦੇਖ ਰਹੇ ਹੋ? ਸਾਨੂੰ ਜੀ 5 ਸਾਲ ਤੋਂ ਉੱਪਰ ਹੋ ਚੁੱਕੇ ਨੇ, ਸਾਡਾ ਇਹ 'ਚ ਕੋਈ ਵਧੀਆ ਫਿਊਚਰ ਨਹੀਂ ਹੈਗਾ ਜੀ। ਅਸੀਂ ਹੁਣ ਵੀ ਚਲੋ ਹੁਣ ਤਾਂ ਅਸੀਂ ਵਿਆਹੇ ਹੋਏ ਨਹੀਂ ਹੈਗੇ, ਜੇ ਕੱਲ੍ਹ ਨੂੰ ਵਿਆਹੇ ਗਏ ਸਾਡੇ ਆਉਣ ਵਾਲੇ ਜਵਾਕ ਹੋਣਗੇ, ਅਸੀਂ 10-12 ਹਜ਼ਾਰ ਤੇ ਆਪਣੇ ਘਰ ਦਾ ਕੀ ਗੁਜ਼ਾਰਾ ਕਰਾਂਗੇ? ਘਰ ਦਾ ਗੁਜ਼ਾਰਾ ਚੱਲਣਾ ਨਹੀਂਗਾ ਜੀ। ਇਸ ਲਈ ਅਸੀਂ ਕਹਿ ਰਹੇ ਹਾਂ ਜੀ, ਜਾਂ ਸਾਡੀਆਂ ਤਨਖਾਹਾਂ ਕੀਤੀਆਂ ਜਾਣ, ਇੰਨੇ ਸਾਲਾਂ ਤੋਂ ਲੱਗੇ ਹੋਏ ਸਾਨੂੰ ਪੱਕਾ ਕੀਤਾ ਜਾਵੇ। ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਲੁਧਿਆਣਾ ਦੇ ਬੱਸ ਸਟੈਂਡ ਦੀਆਂ, ਜਿੱਥੇ ਅੱਜ ਜੋ ਪੀਆਰਟੀਸੀ ਅਤੇ ਜੋ ਪਨਬਸ ਦੇ ਜੋ ਕੱਚੇ ਮੁਲਾਜ਼ਮ ਨੇ ਸਟ੍ਰਾਈਕ ਤੇ ਚਲੇ ਗਏ ਹਨ। 3 ਦਿਨਾਂ 28, 29 ਅਤੇ 30 ਨੂੰ ਉਹਨਾਂ ਵੱਲੋਂ ਪੂਰਨ ਤੌਰ ਤੇ ਸਟ੍ਰਾਈਕ ਕੀਤਾ ਗਿਆ। ਬੱਸਾਂ ਬੰਦ ਨੇ। ਤੁਸੀਂ ਤਸਵੀਰਾਂ ਇਹ ਲੁਧਿਆਣਾ ਦੇ ਬੱਸ ਸਟੈਂਡ ਦੇਖ ਰਹੇ ਹੋ। ਤੇ ਜਿਹੜੇ ਆਗੂ ਨੇ ਜੋ ਯੂਨੀਅਨ ਦੇ, ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਸਰਕਾਰ ਜਦ ਤੱਕ ਇਹਨਾਂ ਦੀਆਂ ਮੰਗਾਂ ਨਹੀਂ ਮੰਨਦੀਆਂ ਉਦ ਤੱਕ ਇਹ ਸਰਕਾਰ ਖਿਲਾਫ ਇੱਦਾਂ ਹੀ ਧਰਨੇ ਪ੍ਰਦਰਸ਼ਨ ਕਰਨਗੇ। ਅਤੇ ਕੱਲ੍ਹ ਨੂੰ ਇਹਨਾਂ ਨੇ ਮੋਤੀ ਮਹਿਲ ਦਾ ਘਿਰਾਓ ਕਰਨ ਦਾ ਵੀ ਐਲਾਨ ਕੀਤਾ ਹੈ। ਤਾਂ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਇਸ ਦੇ ਬਾਵਜੂਦ ਵੀ ਇਹਨਾਂ ਦੇ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਤਿੱਖਾ ਸੰਘਰਸ਼ ਕਰਨਗੇ। ਰੁਪੇਸ਼ ਕੁਮਾਰ, ਅਜੀਤ ਵੈਬ TV, ਲੁਧਿਆਣਾ।